ਮੈਨੂੰ ਵਿਧਵਾ ਹੋਈ ਨੂੰ 10 ਸਾਲ ਹੋ ਚੁੱਕੇ ਸੀ। ਨਾ ਹੀ ਮੇਰੇ ਕੋਈ ਔਲਾਦ ਸੀ ਤੇ ਨਾ ਹੀ ਮੈਂ ਦੂਜਾ ਵਿਆਹ ਕੀਤਾ ਸੀ। ਬਸ ਘਰ ਵਿੱਚ ਇਕੱਲੀ ਰਹਿੰਦੀ ਸੀ। ਮੈਨੂੰ ਆਪਣੇ ਮਰੇ ਹੋਏ ਪਤੀ ਨਾਲ ਬਹੁਤ ਪਿਆਰ ਸੀ, ਇਸ ਲਈ ਰੋਜ਼ ਰਾਤ ਨੂੰ ਉਸਦੀ ਕਮੀਜ਼ ਆਪਣੇ ਨਾਲ ਰੱਖ ਕੇ ਸੌਂ ਜਾਂਦੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਮੇਰੇ ਨਾਲ ਕੁਝ ਅਜੀਬ ਜਿਹਾ ਹੋ ਰਿਹਾ ਸੀ। ਮੈਂ ਸਵੇਰੇ ਉੱਠਦੀ ਤਾਂ ਮੈਨੂੰ ਚੱਕਰ ਆਉਂਦੇ, ਪੇਟ ਦਰਦ ਹੁੰਦਾ। ਇੱਕ ਦਿਨ ਡਾਕਟਰ ਦੇ ਕੋਲ ਗਈ ਤਾਂ ਉਹ ਬੋਲੀ, ਤੂੰ ਪ੍ਰੈਗਨੈਂਟ ਹਾਂ। ਇਹ ਸੁਣ ਕੇ ਮੈਂ ਘਬਰਾ ਗਈ, ਕਿਉਂਕਿ ਮੈਂ ਤਾਂ ਕਈ ਸਾਲਾਂ ਤੋਂ ਵਿਧਵਾ ਅਤੇ ਉੱਪਰੋਂ ਘਰ ਵਿੱਚ ਕੋਈ ਆਦਮੀ ਵੀ ਨਹੀਂ ਸੀ। ਉਸ ਰਾਤ ਮੈਂ ਬਹੁਤ ਪਰੇਸ਼ਾਨ ਸੀ। ਪਤੀ ਦੀ ਕਮੀਜ਼ ਸੀਨੇ ਨਾਲ ਲਾ ਕੇ ਪਈ ਹੋਈ ਸੀ। ਮੈਨੂੰ ਕੋਈ ਚੀਜ਼ ਚੁਭਦੀ ਹੋਈ ਮਹਿਸੂਸ ਹੋਈ। ਜਿਵੇਂ ਹੀ ਮੈਂ ਕਮੀਜ਼ ਦੀ ਜੇਬ ਵਿੱਚ ਹੱਥ ਮਾਰਿਆ ਤਾਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ। ਮੇਰਾ ਨਾਮ ਅੰਜਲੀ ਹੈ। ਅੱਜ ਮੈਂ ਬਹੁਤ ਖੁਸ਼ ਸੀ, ਕਿਉਂਕਿ ਅੱਜ ਮੇਰੀ ਵੱਡੀ ਭੈਣ ਦਾ ਵਿਆਹ ਸੀ। ਇਸ ਲਈ ਸਾਡੇ ਭੈਣ ਭਰਾਵਾਂ ਵਿੱਚ ਬਹੁਤ ਹੁੱਲਾ ਗੁੱਲਾ ਸੀ। ਉਹ ਸਾਡੇ ਭੈਣ ਭਰਾਵਾਂ ਤੋਂ ਸਭ ਤੋਂ ਵੱਡੀ ਸੀ। ਫਿਰ ਮੇਰਾ ਨੰਬਰ ਆਉਂਦਾ ਸੀ ਅਤੇ ਉਸ ਤੋਂ ਬਾਅਦ ਮੇਰੀ ਛੋਟੀ ਭੈਣ ਭਰਾ ਸੀ। ਸਾਡੇ ਘਰ ਵਿੱਚ ਪਹਿਲਾ ਵਿਆਹ ਸੀ ਅਤੇ ਮੈਂ ਸੋਚ ਰੱਖਿਆ ਸੀ ਕਿ ਮੈਂ ਆਪਣੇ ਜੀਜਾ ਜੀ ਤੋਂ ਪੂਰੇ 5000 ਰੁਪਏ ਲਵਾਂਗੀ, ਕਿਉਂਕਿ ਉਹ ਬਹੁਤ ਅਮੀਰ ਸੀ ਤੇ ਮੇਰੇ ਜੀਜਾ ਜੀ ਬਹੁਤ ਵਧੀਆ ਕਮਾਉਂਦੇ ਸੀ। ਮੈਂ ਪੀਲੇ ਰੰਗ ਦਾ ਸੂਟ ਪਾ ਕੇ ਜੀਜਾ ਜੀ ਦੀ ਜੁੱਤੀ ਚੁੱਕਣ ਦੀਆਂ ਗੱਲਾਂ ਕਰ ਰਹੀ ਸੀ, ਜਦੋਂ ਮੰਮੀ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਂ ਗੌਰ ਨਾਲ ਦੇਖਿਆ ਤੇ ਉਹ ਪਰੇਸ਼ਾਨ ਲੱਗ ਰਹੀ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ। ਅਜਿਹਾ ਲੱਗਦਾ ਸੀ ਜਿਵੇਂ ਉਹ ਰੋ ਕੇ ਆਈ ਸੀ। ਮੈਂ ਮੰਮੀ ਨੂੰ ਪੁੱਛਿਆ, ਸਭ ਠੀਕ ਤਾਂ ਹੈ ਨਾ? ਮੰਮੀ ਮੇਰੇ ਪੁੱਛਣ ਤੇ ਉੱਚੀ ਉੱਚੀ ਮੇਰੇ ਗਲ ਲੱਗ ਕੇ ਰੋਣ ਲੱਗੀ। ਫਿਰ ਮੰਮੀ ਨੇ ਮੇਰੇ ਹੱਥ ਤੇ ਇੱਕ ਖਤ ਰੱਖ ਦਿੱਤਾ। ਮੈਂ ਜਲਦੀ ਨਾਲ ਉਹ ਖਤ ਖੋਲ੍ਹ ਕੇ ਦੇਖਿਆ ਤਾਂ ਉਹ ਬੰਸ਼ਿਕਾ ਦੀਦੀ ਦਾ ਸੀ। ਉਸ ਦੇ ਵਿੱਚ ਲਿਖਿਆ ਸੀ, ਮੰਮੀ, ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸ ਦੇਵਾਂ। ਇਸ ਲਈ ਖਤ ਦਾ ਸਹਾਰਾ ਲਿਆ। ਮੈਂ ਰਮਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਂ ਤਾਂ ਕਿਸੇ ਹੋਰ ਲੜਕੇ ਨੂੰ ਪਸੰਦ ਕਰਦੀ ਹਾਂ। ਮੈਂ ਆਪਣੀ ਮੁਹੱਬਤ 'ਤੇ ਸਮਝੌਤਾ ਕਰ ਲਿਆ ਸੀ। ਮੰਮੀ, ਅੱਜ ਉਸਨੇ ਮੈਨੂੰ ਕਿਹਾ ਹੈ ਕਿ ਜੇ ਤੂੰ ਮੇਰੇ ਨਾਲ ਨਾ ਭੱਜੀ ਤਾਂ ਮੈਂ ਜ਼ਹਿਰ ਖਾ ਕੇ ਆਪਣੀ ਜਾਨ ਦੇ ਦੇਵਾਂਗਾ। ਮੈਂ ਅਜਿਹਾ ਨਹੀਂ ਕਰ ਸਕਦੀ ਸੀ, ਇਸ ਲਈ ਮੈਂ ਇਹ ਘਰ ਛੱਡ ਕੇ ਆਪਣੇ ਪਿਆਰ ਦੇ ਨਾਲ ਭੱਜ ਗਈ। ਮੰਮੀ, ਮੈਂ ਜਾਣਦੀ ਹਾਂ ਕਿ ਇਸ ਤਰ੍ਹਾਂ ਤੁਹਾਡੀ ਬਹੁਤ ਬੇਇੱਜ਼ਤੀ ਹੋਵੇਗੀ, ਪਰ ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦਿਓ। ਆਪਣੀ ਦੀਦੀ ਦਾ ਖਤ ਪੜ੍ਹ ਕੇ ਮੈਂ ਵੀ ਕੰਬਣ ਲੱਗ ਗਈ। ਮੰਮੀ ਬੋਲੀ, ਅੰਜਲੀ, ਤੈਨੂੰ ਤੇਰੀ ਭੈਣ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਸੀ। ਮੈਂ ਰੋਣ ਲੱਗੀ ਤੇ ਬੋਲੀ, ਮੈਨੂੰ ਕਸਮ ਨਾਲ ਇਸ ਬਾਰੇ ਕੁਝ ਨਹੀਂ ਪਤਾ, ਵਰਨਾ ਮੈਂ ਦੀਦੀ ਨੂੰ ਇਸ ਤਰ੍ਹਾਂ ਘਰੋਂ ਨਾ ਭੱਜਣ ਦਿੰਦੀ। ਮੰਮੀ ਕਹਿਣ ਲੱਗੀ, ਹੁਣ ਆਪਣੇ ਕੋਲ ਹੋਰ ਕੋਈ ਰਸਤਾ ਨਹੀਂ। ਹੁਣ ਦੇਖ, ਤੇਰੇ ਬਾਪੂ ਦੀ ਇੱਜ਼ਤ ਕਿਵੇਂ ਨਿਲਾਮ ਹੋ ਜਾਵੇਗੀ। ਹੁਣ ਤੂੰ ਹੀ ਦੱਸ, ਆਪਾਂ ਕੀ ਕਰੀਏ? ਮੈਂ ਮੰਮੀ ਨੂੰ ਕਿਹਾ, ਮੈਂ ਨਹੀਂ ਜਾਣਦੀ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ, ਪਰ ਤੁਸੀਂ ਜੋ ਕਹੋਗੇ ਮੈਂ ਆਗਿਆ ਦਾ ਪਾਲਣ ਕਰਾਂਗੀ। ਮੇਰੀ ਮਾਂ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, ਬੇਟੀ, ਤੂੰ ਆਪਣੇ ਬਾਪ ਦੀ ਇੱਜ਼ਤ ਬਚਾ ਲੈ। ਆਪਣੀ ਕਮਬਖਤ ਭੈਣ ਦੀ ਜਗ੍ਹਾ ਤੂੰ ਦੁਲਹਨ ਬਣ ਜਾ। ਮੈਂ ਹੱਕਾ ਬੱਕਾ ਰਹਿ ਗਈ। ਮੈਨੂੰ ਮੇਰੀ ਮਾਂ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ। ਮੈਂ ਮੰਮੀ ਨੂੰ ਕਿਹਾ, ਅਜਿਹਾ ਕਿਵੇਂ ਹੋ ਸਕਦਾ? ਜੇ ਮੈਂ ਤੁਹਾਡੀ ਗੱਲ ਮੰਨ ਵੀ ਲਈ ਤਾਂ ਇਹ ਵਿਆਹ ਕਰ ਵੀ ਲਿਆ ਤਾਂ ਖੁਦ ਸੋਚੋ, ਜਦੋਂ ਮੇਰੇ ਸਹੁਰੇ ਵਾਲਿਆਂ ਨੂੰ ਇਹ ਗੱਲਾਂ ਦਾ ਪਤਾ ਲੱਗੇਗਾ ਤਾਂ ਉਹ ਮੇਰੇ ਨਾਲ ਕੀ ਸਲੂਕ ਕਰਨਗੇ। ਉਹ ਤਾਂ ਮੇਰਾ ਜੀਣਾ ਹਰਾਮ ਕਰ ਦੇਣਗੇ। ਮੰਮੀ ਕਹਿਣ ਲੱਗੀ, ਤੈਨੂੰ ਤੇਰੇ ਪਾਪਾ ਬਾਰੇ ਪਤਾ ਨਹੀਂ? ਉਹ ਦਿਲ ਦੇ ਮਰੀਜ਼ ਹਨ। ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕਣਗੇ। ਅੱਗੇ ਤੇਰੀ ਮਰਜ਼ੀ, ਤੂੰ ਆਪਣੇ ਬਾਪ ਦੀ ਅਰਥੀ 'ਤੇ ਰੋਣਾ ਚਾਹੁੰਦੀ ਆ ਜਾਂ ਦੁਲਹਨ ਦਾ ਜੋੜਾ ਪਾ ਕੇ ਮੰਡਪ 'ਤੇ ਬੈਠਣਾ ਚਾਹੁੰਦੀ ਆ? ਮੈਂ ਦੁਲਹਨ ਦੇ ਜੋੜੇ ਵੱਲ ਦੇਖਿਆ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਫਿਰ ਮੈਨੂੰ ਮੇਰੇ ਬਾਪ ਦੀ ਖਾਤਰ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦੇਣੀ ਪਈ। ਧੋਖਾ ਤਾਂ ਸਹੁਰਿਆਂ ਨੂੰ ਮੈਂ ਦੇਣਾ ਹੀ ਸੀ, ਕਿਉਂਕਿ ਮੈਂ ਬਹੁਤ ਮਜਬੂਰ ਸੀ। ਆਖਿਰ ਮੈਂ ਕੀ ਕਰਦੀ? ਮੈਂ ਘੁੰਡ ਨਹੀਂ ਹਟਾਇਆ ਸੀ, ਉਸ ਦੇ ਅੰਦਰ ਹੀ ਸਾਰੀਆਂ ਰਸਮਾਂ ਕਰਦੀ ਰਹੀ। ਮੈਂ ਬਹੁਤ ਡਰੀ ਹੋਈ ਸੀ ਕਿ ਜਦੋਂ ਮੇਰਾ ਪਤੀ ਮੇਰਾ ਘੁੰਡ ਚੁੱਕੇਗਾ ਤਾਂ ਮੇਰੇ ਨਾਲ ਕੀ ਹੋਵੇਗਾ। ਇਹ ਸੋਚ ਕੇ ਮੈਂ ਰੋਂਦੀ ਰਹੀ
ਖੈਰ ਮੇਰੇ ਪਾਪਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਮੈਨੂੰ ਵਿਦਾ ਕਰ ਦਿੱਤਾ ਸੀ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਵੰਸ਼ਿਕਾ ਨਹੀਂ ਬਲਕਿ ਅੰਜਲੀ ਹਾਂ। ਕੁਝ ਹੀ ਦੇਰ ਬਾਅਦ ਮੈਂ ਵਿਦਾ ਹੋ ਕੇ ਰਮਨ ਦੇ ਘਰ ਆ ਚੁੱਕੀ ਸੀ। ਮੇਰੀ ਸੱਸ ਨੇ ਮੈਨੂੰ ਮਹਿਮਾਨਾਂ ਦੇ ਵਿਚਕਾਰ ਬਿਠਾ ਕੇ ਕੁਝ ਰਸਮਾਂ ਕਰਨੀਆਂ ਚਾਹੁੰਦੀ ਸੀ, ਪਰ ਮੈਂ ਸਿਰ ਦਰਦ ਦਾ ਬਹਾਨਾ ਬਣਾ ਕੇ ਰਮਨ ਨੂੰ ਕਿਹਾ ਕਿ ਮੈਂ ਆਪਣੇ ਕਮਰੇ ਵਿੱਚ ਜਾਣਾ ਚਾਹੁੰਦੀ ਹਾਂ। ਰਮਨ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਬਾਕੀ ਰਹੀਆਂ ਰਸਮਾਂ ਕੱਲ੍ਹ ਨੂੰ ਕਰ ਲਿਓ। ਮੈਨੂੰ ਮੇਰੇ ਕਮਰੇ ਵਿੱਚ ਲਿਆ ਕੇ ਬਿਠਾ ਦਿੱਤਾ ਸੀ। ਥੋੜ੍ਹੀ ਦੇਰ ਬਾਅਦ ਹੀ ਰਮਨ ਵੀ ਕਮਰੇ ਵਿੱਚ ਆ ਗਏ। ਉਹਨਾਂ ਨੇ ਜਲਦੀ ਨਾਲ ਮੇਰਾ ਘੁੰਡ ਚੁੱਕ ਦਿੱਤਾ ਅਤੇ ਉਹ ਮੈਨੂੰ ਦੇਖ ਕੇ ਇੱਕ ਪਲ ਦੇ ਲਈ ਦੰਗ ਰਹਿ ਗਏ। ਉਹ ਕੁਝ ਪਲ ਦੇ ਲਈ ਚੁੱਪ ਹੋ ਗਏ ਅਤੇ ਫਿਰ ਬੋਲੇ, ਤੂੰ ਤਾਂ ਵੰਸ਼ਿਕਾ ਦੀ ਭੈਣ ਅੰਜਲੀ ਹੋ, ਤੂੰ ਇੱਥੇ ਕੀ ਕਰ ਰਹੀ ਆਂ ਤੇ ਤੂੰ ਇਸ ਤਰ੍ਹਾਂ ਰੋ ਕਿਉਂ ਰਹੀ ਹੋ? ਕੁਝ ਤਾਂ ਦੱਸ। ਮੈਂ ਰੋਂਦੀ ਹੋਈ ਨੇ ਰਮਨ ਨੂੰ ਦੱਸਿਆ ਕਿ ਮੇਰੀ ਭੈਣ ਘਰ ਛੱਡ ਕੇ ਭੱਜ ਗਈ। ਉਹਦੇ ਬਾਰੇ ਕੁਝ ਪਤਾ ਨਹੀਂ ਸੀ ਕਿ ਉਹ ਇਸ ਤਰ੍ਹਾਂ ਵੀ ਕਰ ਸਕਦੀ ਹੈ। ਮੰਮੀ ਨੇ ਹੀ ਮੈਨੂੰ ਉਸ ਦਾ ਲਿਖਿਆ ਹੋਇਆ ਖਤ ਦਿੱਤਾ ਸੀ। ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ, ਉਸ ਦੇ ਨਾਲ ਘਰ ਛੱਡ ਕੇ ਭੱਜ ਗਈ। ਮੈਂ ਜੋ ਕੁਝ ਹੋਇਆ ਸੀ ਸਭ ਕੁਝ ਰਮਨ ਨੂੰ ਦੱਸ ਦਿੱਤਾ। ਰਮਨ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਘਬਰਾਈ ਹੋਈ ਕਿਉਂ ਆ? ਤੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਮੈਂ ਕਿਹਾ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਜਾਂ ਨਹੀਂ ਇਹ ਜ਼ਰੂਰੀ ਨਹੀਂ ਸੀ। ਮੈਨੂੰ ਇਹ ਡਰ ਸੀ ਕਿ ਤੁਸੀਂ ਤੇ ਤੇਰੀ ਫੈਮਿਲੀ ਮੇਰੇ ਨਾਲ ਕੀ ਸਲੂਕ ਕਰੋਗੇ। ਰਮਨ ਕਹਿਣ ਲੱਗੇ, ਅੰਜਲੀ ਤੂੰ ਬਹੁਤ ਚੰਗੀ ਲੜਕੀ ਹੋ। ਇਹ ਗੱਲ ਦੇ ਸਬੂਤ ਲਈ ਇਹ ਕਾਫੀ ਆ ਕਿ ਤੂੰ ਆਪਣੀ ਭੈਣ ਦੀ ਗਲਤੀ ਸੁਧਾਰਨ ਦੇ ਲਈ ਆਪਣੀਆਂ ਖੁਸ਼ੀਆਂ ਨੂੰ ਕੁਰਬਾਨ ਕਰ ਦਿੱਤਾ। ਤੂੰ ਆਪਣੇ ਮਾਂ-ਬਾਪ ਨੂੰ ਬਦਨਾਮੀ ਤੋਂ ਬਚਾ ਲਿਆ। ਅੱਜ ਜੇ ਬਰਾਤ ਵਾਪਸ ਮੁੜਦੀ ਤਾਂ ਸਾਡੀ ਵੀ ਬਹੁਤ ਬਦਨਾਮੀ ਹੋ ਜਾਂਦੀ। ਤੂੰ ਤਾਂ ਸਾਨੂੰ ਵੀ ਬਦਨਾਮੀ ਤੋਂ ਬਚਾ ਲਿਆ ਹੈ। ਰਮਨ ਕਹਿਣ ਲੱਗੇ, ਅੰਜਲੀ ਮੈਂ ਤੈਨੂੰ ਅਪਣਾਉਣ ਵਿੱਚ ਕੋਈ ਸਮੱਸਿਆ ਨਹੀਂ ਹੈ। ਮੈਂ ਤਾਂ ਰਮਨ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਕਿ ਕੋਈ ਸੱਚਮੁੱਚ ਇੰਨਾ ਵਧੀਆ ਇਨਸਾਨ ਵੀ ਹੋ ਸਕਦਾ ਹੈ। ਮੈਂ ਵੀ ਹੁਣ ਤਸੱਲੀ ਦੇ ਵਿੱਚ ਹੋ ਗਈ ਸੀ ਤਾਂ ਰਮਨ ਨੇ ਮੈਨੂੰ ਆਪਣਾ ਮੋਬਾਈਲ ਫੋਨ ਦਿੱਤਾ ਤੇ ਕਹਿਣ ਲੱਗੇ, ਤੂੰ ਆਰਾਮ ਨਾਲ ਆਪਣੇ ਘਰੇ ਗੱਲ ਕਰ ਲੈ। ਮਾਂ ਨੂੰ ਦੱਸ ਦੇ ਕਿ ਰਮਨ ਨੂੰ ਸੱਚਾਈ ਦਾ ਪਤਾ ਚੱਲ ਚੁੱਕਿਆ ਹੈ। ਤੂੰ ਪਰੇਸ਼ਾਨ ਨਾ ਹੋ। ਉਹਨਾਂ ਨੂੰ ਦਿਲਾਸਾ ਦੇ ਦੇ। ਰਮਨ ਦੀ ਗੱਲ ਸੱਚ ਹੀ ਸਾਬਤ ਹੋਈ। ਜਦੋਂ ਮੈਂ ਆਪਣੀ ਮਾਂ ਨੂੰ ਫੋਨ ਲਾਇਆ ਤਾਂ ਉਹ ਰੋਣ ਲੱਗੀ ਤੇ ਕਹਿਣ ਲੱਗੀ, ਜਦੋਂ ਦੀ ਤੂੰ ਵਿਦਾ ਹੋ ਕੇ ਘਰ ਤੋਂ ਗਈ ਆ ਮੇਰੀ ਜਾਨ ਸੂਲੀ ਤੇ ਲਟਕੀ ਹੋਈ ਹੈ। ਵਧੀਆ ਹੋਇਆ ਤੂੰ ਮੈਨੂੰ ਫੋਨ ਕਰਕੇ ਆਪਣੇ ਬਾਰੇ ਦੱਸ ਦਿੱਤਾ। ਪਰ ਜਦੋਂ ਇਹ ਸੱਚਾਈ ਮੇਰੇ ਸਹੁਰੇ ਘਰ ਵਾਲਿਆਂ ਦੇ ਸਾਹਮਣੇ ਖੁੱਲੀ ਤਾਂ ਮੇਰੀ ਸੱਸ ਕਹਿਣ ਲੱਗੀ, ਬੇਟਾ ਤੂੰ ਇਸ ਨੂੰ ਹੁਣੇ ਡਿਵੋਰਸ ਦੇ ਦੇ। ਇਸ ਦੇ ਘਰ ਵਾਲਿਆਂ ਨੂੰ ਵੀ ਤਾਂ ਪਤਾ ਲੱਗੇ ਕਿ ਧੋਖਾ ਕਿਸ ਨੂੰ ਕਿਵੇਂ ਦੇਈਦਾ। ਇਹ ਕੋਈ ਰਿਸ਼ਤਾ ਤਾਂ ਨਹੀਂ ਹੋਇਆ, ਇਹ ਤਾਂ ਕੋਈ ਸਬਜ਼ੀ ਮੰਡੀ ਹੋਈ ਜਿੱਥੋਂ ਆਪਾਂ ਸਬਜ਼ੀ ਲੈਣ ਗਏ ਸੀ ਤੇ ਆਪਾਂ ਨੂੰ ਦਿਖਾਇਆ ਕੁਝ ਹੋਰ ਗਿਆ ਤੇ ਦੇ ਕੁਝ ਹੋਰ ਦਿੱਤਾ। ਉਦੋਂ ਹੀ ਰਮਨ ਨੇ ਮੇਰਾ ਸਾਥ ਦਿੱਤਾ ਤੇ ਕਿਹਾ, ਮੰਮੀ ਮੈਨੂੰ ਅੰਜਲੀ ਪਸੰਦ ਹੈ। ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਸਾਡੇ ਤੋਂ ਦੂਰ ਰਹੋ। ਜੇ ਕਿਸੇ ਨੇ ਅੰਜਲੀ ਨੂੰ ਕੁਝ ਕਿਹਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਇਹ ਸਭ ਸੁਣ ਕੇ ਮੇਰੇ ਦਿਲ ਨੂੰ ਤਸੱਲੀ ਹੋ ਗਈ ਕਿ ਮੈਂ ਇੱਕ ਚੰਗੇ ਇਨਸਾਨ ਦੇ ਘਰ ਆਈ ਹਾਂ। ਹੌਲੀ-ਹੌਲੀ ਦਿਨ ਇੱਦਾਂ ਹੀ ਲੰਘਦੇ ਗਏ। ਮੇਰੀ ਸੱਸ ਦਾ ਰਵੱਈਆ ਵੀ ਮੇਰੇ ਪ੍ਰਤੀ ਸਹੀ ਹੁੰਦਾ ਗਿਆ। ਮੇਰਾ ਪਤੀ ਰਮਨ ਯੂਪੀ ਵਿੱਚ ਪੁਲਿਸ ਫੋਰਸ ਵਿੱਚ ਡਿਊਟੀ 'ਤੇ ਤੈਨਾਤ ਸੀ। ਉਸ ਦੀ 24 ਘੰਟੇ ਡਿਊਟੀ ਹੁੰਦੀ ਸੀ। ਵਿਆਹ ਤੋਂ 1 ਮਹੀਨੇ ਬਾਅਦ ਡਿਊਟੀ 'ਤੇ ਵਾਪਸ ਚਲੇ ਗਏ ਤੇ ਮੇਰੀ ਸੱਸ ਮੇਰੇ ਤੋਂ ਸਵਾਲ ਜਵਾਬ ਕਰਨ ਲੱਗੀ। ਮੈਨੂੰ ਉਹਨਾਂ ਦੇ ਸਵਾਲਾਂ ਤੋਂ ਸ਼ਰਮ ਆਉਂਦੀ ਸੀ। ਮੇਰੀ ਸੱਸ ਕਹਿੰਦੀ, ਮੇਰਾ ਬੇਟਾ ਤਾਂ ਡਿਊਟੀ 'ਤੇ ਚਲਿਆ ਗਿਆ ਤੇ ਤੂੰ ਮੈਨੂੰ ਖੁਸ਼ਖਬਰੀ ਹਾਲੇ ਤੱਕ ਨਹੀਂ ਸੁਣਾਈ। ਦੇਖ ਬਹੂ, ਮੇਰੇ ਬੇਟੇ ਦੀ ਨੌਕਰੀ ਅਜਿਹੇ ਖਤਰਨਾਕ ਇਲਾਕੇ ਵਿੱਚ ਹੈ ਅਤੇ ਉਸ ਦੇ ਦੁਸ਼ਮਣ ਵੀ ਕਾਫੀ ਬਣ ਗਏ ਹਨ, ਕਿਉਂਕਿ ਉਹ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ। ਬਹੁਤ ਨੇਕ ਲੜਕਾ ਹੈ ਮੇਰਾ। ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹਜ਼ਾਰਾਂ ਸਾਲ ਜੀਵੇ, ਪਰ ਮੈਂ ਉਸ ਨੂੰ ਕਹਿ ਦਿੱਤਾ ਹੈ ਕਿ ਜਦੋਂ ਫਰਜ਼ ਦੀ ਗੱਲ ਆਈ ਤਾਂ ਇੱਕ ਪਲ ਦੇ ਲਈ ਵੀ ਦੇਰੀ ਨਾ ਕਰੀਂ ਤੇ ਆਪਣੀ ਜਾਨ ਦੀ ਬਾਜੀ ਲਗਾ ਦੇਵੀਂ। ਇਸ ਲਈ ਮੈਂ ਚਾਹੁੰਦੀ ਹਾਂ ਕਿ ਮੇਰੇ ਬੇਟੇ ਦੀ ਨਿਸ਼ਾਨੀ ਮੇਰੇ ਕੋਲ ਹੋਵੇ। ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਗੁੰਮ-ਸੁੰਮ ਹੋ ਗਈ। ਮੈਂ ਕਿਹਾ, ਮੰਮੀ ਜੀ ਰੱਬ ਦੇ ਵਾਸਤੇ ਅਜਿਹੀਆਂ ਗੱਲਾਂ ਨਾ ਕਰੋ, ਮੇਰਾ ਦਿਲ ਘਬਰਾਉਣ ਲੱਗ ਜਾਂਦਾ ਹੈ।
ਉਹ ਮੁਸਕਰਾ ਪਈ ਤੇ ਮੇਰੇ ਸਿਰ ਤੇ ਹੱਥ ਫੇਰ ਕੇ ਪ੍ਰਾਰਥਨਾ ਕਰਨ ਲੱਗੀ। ਤੂੰ ਸਦਾ ਸੁਹਾਗਣ ਰਵੇਂ। ਮੇਰੀ ਸੱਸ ਕਹਿਣ ਲੱਗੀ ਕਿ ਉਹ ਆਪਣੇ ਪਤੀ ਦੇ ਕੁਆਟਰ ਵਿੱਚ ਰਹਿਣ ਲਈ ਚਲੀ ਜਾ। ਮੈਂ ਆਪਣੇ ਬੇਟੇ ਨਾਲ ਗੱਲ ਕਰਦੀ ਹਾਂ, ਉਹ ਤੇਰੇ ਰਹਿਣ ਦਾ ਇੰਤਜ਼ਾਮ ਕਰ ਦੇਵੇਗਾ। ਮੈਨੂੰ ਆਪਣੀ ਸੱਸ ਤੋਂ ਇਹ ਗੱਲਾਂ ਦੀ ਉਮੀਦ ਨਹੀਂ ਸੀ। ਮੈਨੂੰ ਤਾਂ ਲੱਗਦਾ ਸੀ ਕਿ ਉਹ ਮੇਰੇ ਪਤੀ ਤੋਂ ਮੈਨੂੰ ਹਮੇਸ਼ਾ ਦੂਰ ਰੱਖੇਗੀ, ਪਰ ਅਜਿਹਾ ਨਹੀਂ ਸੀ। ਮੈਂ ਬੜੀ ਖੁਸ਼ ਹੋਈ ਇਹ ਸਾਰੀਆਂ ਗੱਲਾਂ ਲਈ। ਅੱਜ ਅਸੀਂ ਵਿਚਾਰ ਕਰ ਹੀ ਰਹੀ ਸੀ ਕਿ ਇੱਕ ਦਿਨ ਰਮਨ ਨੇ ਸਾਰਾ ਇੰਤਜ਼ਾਮ ਕਰ ਲਿਆ ਸੀ। ਮੈਂ ਉਹਨਾਂ ਦੇ ਕੋਲ ਜਾਣ ਲਈ ਸਾਰੀ ਪੈਕਿੰਗ ਕਰ ਲਈ ਸੀ। ਸ਼ਾਮ ਨੂੰ ਰਮਨ ਦੇ ਫੋਨ ਨੰਬਰ ਤੋਂ ਫੋਨ ਆਇਆ। ਮੈਂ ਭੱਜ ਕੇ ਚੁੱਕਿਆ। ਮੈਨੂੰ ਸੀ ਕਿਉਂਕਿ ਮੈਂ ਰਮਨ ਦੇ ਕੋਲ ਜਾਣਾ ਸੀ, ਪਰ ਉਹ ਫੋਨ 'ਤੇ ਆਵਾਜ਼ ਕਿਸੇ ਹੋਰ ਦੀ ਸੀ। ਅਚਾਨਕ ਮੈਂ ਘਬਰਾ ਗਈ ਤੇ ਬੋਲੀ, ਕੌਣ? ਦੂਜਿਓਂ ਪਾਸਿਓਂ ਆਵਾਜ਼ ਆਈ, ਤੁਸੀਂ ਰਮਨ ਦੇ ਘਰੋਂ ਗੱਲ ਕਰ ਰਹੇ ਹੋ? ਮੈਂ ਕਿਹਾ, ਹਾਂਜੀ, ਮੈਂ ਉਸ ਦੀ ਪਤਨੀ ਬੋਲ ਰਹੀ ਹਾਂ। ਕੁਝ ਦੇਰ ਦੇ ਲਈ ਉਹ ਚੁੱਪ ਹੋ ਗਿਆ ਤੇ ਫਿਰ ਆਵਾਜ਼ ਆਈ, ਤੁਹਾਡੇ ਰਮਨ ਦੀ ਸ਼ਹਾਦਤ ਹੋ ਗਈ ਹੈ। ਬਹੁਤ ਬਹੁਤ ਮੁਬਾਰਕ ਹੋਵੇ। ਰਮਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਇਹ ਸ਼ਬਦ ਮੈਨੂੰ ਗੋਲੀ ਦੀ ਤਰ੍ਹਾਂ ਆ ਕੇ ਲੱਗੇ। ਮੈਂ ਗੁੰਮਸੁੰਮ ਹੋ ਗਈ ਤੇ ਮੇਰੀ ਸੱਸ ਨੇ ਆ ਕੇ ਮੇਰੇ ਹੱਥਾਂ 'ਚੋਂ ਫੋਨ ਫੜ ਲਿਆ। ਫਿਰ ਉਹਨਾਂ ਨੂੰ ਵੀ ਰਮਨ ਦੀ ਸ਼ਹਾਦਤ ਦੀ ਖਬਰ ਸੁਣਾ ਦਿੱਤੀ ਗਈ। ਮੇਰੀ ਸੱਸ ਕਹਿਣ ਲੱਗੀ, ਤੇ ਮੈਨੂੰ ਸ਼ਹੀਦ ਦੀ ਮਾਂ ਹੋਣ 'ਤੇ ਫਕਰ ਹੈ। ਕਾਸ਼ ਮੇਰੇ 10 ਬੱਚੇ ਹੁੰਦੇ ਤੇ ਮੈਂ ਸਾਰੇ ਬੱਚੇ ਦੇਸ਼ ਦੇ ਲਈ ਕੁਰਬਾਨ ਕਰ ਦਿੰਦੀ। ਮੇਰੀ ਸੱਸ ਦਾ ਜਜ਼ਬਾ ਦੇਖ ਕੇ ਮੇਰੇ ਰੌਂਗਟੇ ਖੜੇ ਹੋ ਗਏ। ਮੈਂ ਉਹਨਾਂ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਉਹ ਮੈਨੂੰ ਰੋਣ ਤੋਂ ਮਨ੍ਹਾ ਕਰ ਰਹੀ ਸੀ। ਮੈਂ ਖੁਸ਼ ਤਾਂ ਸੀ ਕਿ ਮੈਂ ਇੱਕ ਸ਼ਹੀਦ ਦੀ ਪਤਨੀ ਸੀ, ਪਰ ਦਿਲ ਵਿੱਚ ਹਾਲੇ ਵੀ ਉਮੀਦ ਸੀ, ਕਿਉਂਕਿ ਉਹਨਾਂ ਦੀ ਲਾਸ਼ ਹਾਲੇ ਤੱਕ ਘਰ ਨਹੀਂ ਆਈ ਸੀ। ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਸੀ, ਰਮਨ ਦੇ ਮਰਨ ਤੋਂ ਬਾਅਦ ਮੈਂ ਤੁਹਾਡਾ ਸਹਾਰਾ ਬਣਾਂਗੀ। ਸਾਡਾ ਘਰ ਖਰਚ ਤਾਂ ਰਮਨ ਦੀ ਪੈਨਸ਼ਨ ਨਾਲ ਹੀ ਚੱਲ ਜਾਂਦਾ ਸੀ। ਹੁਣ ਅਸੀਂ ਘਰ ਵਿੱਚ ਦੋਨੇ ਨੂੰਹ ਸੱਸ ਰਹਿ ਗਈਆਂ ਸੀ। ਕਦੇ ਕਦੇ ਇੱਕ ਦੂਜੇ ਦੇ ਗਲ ਲੱਗ ਕੇ ਰੋ ਲੈਂਦੀਆਂ। ਮੇਰੀ ਸੱਸ ਅਕਸਰ ਕਹਿੰਦੀ, ਜੇ ਰਮਨ ਦਾ ਬੱਚਾ ਹੁੰਦਾ ਤਾਂ ਤੇਰੀ ਗੋਦੀ ਵਿੱਚ ਖੇਡ ਰਿਹਾ ਹੁੰਦਾ। ਆਪਣੇ ਘਰ ਵਿੱਚ ਇੰਨੀ ਉਦਾਸੀ ਨਾ ਹੁੰਦੀ। ਇਸ ਤਰ੍ਹਾਂ ਕਰਦੇ ਹੀ ਟਾਈਮ ਲੰਘ ਗਿਆ। ਇੱਕ ਦਿਨ ਮੈਨੂੰ ਮੇਰੇ ਮਾਂ-ਬਾਪ ਨਾਲ ਲਿਜਾਣ ਲਈ ਆਏ। ਉਹ ਮੇਰੀ ਸੱਸ ਨੂੰ ਕਹਿਣ ਲੱਗੇ ਕਿ ਸਾਡੀ ਬੇਟੀ ਨੂੰ ਵਿਆਹ ਕਰਨ ਦੀ ਇਜਾਜ਼ਤ ਦੇ ਦਿਓ। ਅੱਗੇ ਪਹਾੜ ਵਰਗੀ ਜ਼ਿੰਦਗੀ ਕਿਵੇਂ ਕੱਢੇਗੀ? ਕੱਲ੍ਹ ਨੂੰ ਅਸੀਂ ਵੀ ਮਰ ਗਏ ਤੇ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਸਾਡੀ ਬੇਟੀ ਇਕੱਲੀ ਕੀ ਕਰੇਗੀ? ਮੇਰੀ ਸੱਸ ਨੇ ਮੇਰੇ ਸਿਰ ਉੱਪਰ ਹੱਥ ਰੱਖਿਆ ਤੇ ਕਿਹਾ, ਮੇਰੀ ਇਜਾਜ਼ਤ ਹੈ, ਲੈ ਜਾਓ ਤੁਸੀਂ ਆਪਣੀ ਬੇਟੀ ਨੂੰ। ਹਾਂ, ਜਦੋਂ ਤੁਸੀਂ ਮੇਰੀ ਬੇਟੀ ਦਾ ਵਿਆਹ ਕੀਤਾ ਤਾਂ ਮੈਨੂੰ ਜ਼ਰੂਰ ਦੱਸਣਾ। ਮੇਰੀ ਮੰਮੀ ਬਹੁਤ ਖੁਸ਼ ਹੋ ਗਈ, ਪਰ ਮੈਂ ਉਹਨਾਂ ਦੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਮੈਂ ਕਿਹਾ, ਮੰਮੀ, ਮੈਂ ਰਮਨ ਦੇ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਵਾਅਦਾ ਕੀਤਾ ਸੀ ਕਿ ਮੈਂ ਉਸ ਦੀ ਮਾਂ ਦਾ ਖਿਆਲ ਰੱਖਾਂਗੀ। ਮੈਂ ਆਪਣੇ ਮਰੇ ਹੋਏ ਪਤੀ ਦਾ ਹੁਕਮ ਟਾਲ ਨਹੀਂ ਸਕਦੀ। ਆਪਣੀ ਸੱਸ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਮੇਰੇ ਮੰਮੀ ਪਾਪਾ ਮੇਰੀਆਂ ਬਹੁਤ ਮਿੰਨਤਾਂ ਤਰਲੇ ਕੱਢ ਰਹੇ ਸੀ, ਪਰ ਮੈਂ ਉਹਨਾਂ ਦੇ ਨਾਲ ਨਹੀਂ ਗਈ। ਮੇਰੇ ਕੋਲੋਂ ਜ਼ਿੰਦਗੀ ਕੱਢਣ ਦੇ ਲਈ ਰਮਨ ਦੀਆਂ ਬਹੁਤ ਸਾਰੀਆਂ ਯਾਦਾਂ ਸੀ। ਮੈਂ ਹਰ ਰਾਤ ਉਸ ਦੀਆਂ ਤਸਵੀਰਾਂ ਅਤੇ ਉਸ ਦੇ ਕੱਪੜਿਆਂ ਨੂੰ ਗਲ ਲਾ ਕੇ ਸੌਂ ਜਾਂਦੀ ਸੀ। ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਦੀ। ਇਸ ਤਰ੍ਹਾਂ ਹੀ ਮੇਰੀ ਜ਼ਿੰਦਗੀ ਦੇ 10 ਸਾਲ ਲੰਘ ਚੁੱਕੇ ਸੀ। ਹੁਣ ਮੇਰੀ ਸੱਸ ਬਹੁਤ ਜ਼ਿਆਦਾ ਬੁੱਢੀ ਹੋ ਰਹੀ ਸੀ। ਮੈਂ ਉਹਨਾਂ ਦਾ ਖਿਆਲ ਰੱਖਿਆ ਕਰਦੀ ਸੀ, ਪਰ ਇੱਕ ਦਿਨ ਮੇਰੀ ਖੁਦ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ ਸੀ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਅੰਜਲੀ, ਤੂੰ ਹੁਣ ਆਪਣਾ ਖਿਆਲ ਨਹੀਂ ਰੱਖਦੀ। ਦੇਖ ਹੁਣ ਤੂੰ ਕਿੰਨੀ ਕਮਜ਼ੋਰ ਹੋ ਗਈ ਆਂ। ਮੈਂ ਉਸ ਦੀਆਂ ਗੱਲਾਂ ਹੱਸ ਕੇ ਟਾਲ ਦਿੰਦੀ। ਇੱਕ ਦਿਨ ਮੇਰੀ ਸੱਸ ਕਹਿਣ ਲੱਗੀ, ਅੰਜਲੀ, ਹੁਣ ਮੈਂ ਬਹੁਤ ਜ਼ਿਆਦਾ ਬੁੱਢੀ ਹੋ ਚੁੱਕੀ ਹਾਂ। ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਤੂੰ ਮੇਰੀ ਬੱਚੀ ਵਿਆਹ ਕਰ ਲੈ। ਕਿਤੇ ਅਜਿਹਾ ਨਾ ਹੋਵੇ ਕਿ ਜਦੋਂ ਮੈਂ ਮਰ ਜਾਵਾਂ ਤੇ ਤੂੰ ਰੁਲ ਕੇ ਰਹਿ ਜਾਵੇਂ, ਤੇ ਮੈਂ ਉੱਪਰ ਜਾ ਕੇ ਆਪਣੇ ਬੇਟੇ ਕੋਲ ਕੀ ਦੱਸੂਗੀ ਕਿ ਉਹ ਪੁੱਛੇਗਾ ਕਿ ਮੇਰੀ ਧਰਮ ਪਤਨੀ ਨੂੰ ਕਿਸ ਕੋਲ ਛੱਡ ਕੇ ਆਈ ਆਂ, ਤਾਂ ਮੈਂ ਕੀ ਜਵਾਬ ਦੇਵਾਂਗੀ? ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਹਾਨੂੰ ਤੁਹਾਡੇ ਮਰੇ ਹੋਏ ਬੇਟੇ ਦੀ ਕਸਮ, ਅੱਜ ਤੋਂ ਬਾਅਦ ਤੁਸੀਂ ਮੇਰੇ ਵਿਆਹ ਦਾ ਨਾਮ ਲਿਆ ਤਾਂ। ਮੇਰੀ ਸੱਸ ਸਿਰ ਫੜ ਕੇ ਬੈਠ ਗਈ। ਹੁਣ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਜੀ ਘਬਰਾਇਆ ਕਰਦਾ ਸੀ, ਪਰ ਮੈਂ ਇਸ ਬਿਮਾਰੀ ਨੂੰ ਨਜ਼ਰਅੰਦਾਜ਼ ਕਰ ਦਿੰਦੀ।
ਲੇਕਿਨ ਇਹ ਸਭ ਮੇਰੀ ਸੱਸ ਦੀ ਨਿਗਾਹ ਤੋਂ ਬਚ ਨਹੀਂ ਸਕਦਾ ਸੀ। ਮੇਰੀ ਸੱਸ ਮੈਨੂੰ ਧੱਕੇ ਨਾਲ ਹੀ ਡਾਕਟਰ ਦੇ ਕੋਲ ਲੈ ਗਈ। ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਕਿਹਾ, ਮੁਬਾਰਕ ਹੋਵੇ, ਤੁਸੀਂ ਪ੍ਰੈਗਨੈਂਟ ਹੋ। ਇਹ ਗੱਲ ਸੁਣ ਕੇ ਮੈਂ ਤੇ ਮੇਰੀ ਸੱਸ ਦੋਵੇਂ ਹੱਕਾ ਬੱਕਾ ਰਹਿ ਗਈਆਂ। ਅਸੀਂ ਇੱਕ ਦੂਜੇ ਦੇ ਵੱਲ ਦੇਖਿਆ। ਡਾਕਟਰ ਦਵਾਈਆਂ ਦੇ ਬਾਰੇ ਦੱਸ ਰਹੀ ਸੀ, ਸਾਵਧਾਨੀ ਵਰਤਣ ਲਈ ਕਹਿ ਰਹੀ ਸੀ, ਪਰ ਮੇਰੇ ਪੱਲੇ ਉਹਨਾਂ ਦੀ ਕੋਈ ਗੱਲ ਨਹੀਂ ਪੈ ਰਹੀ ਸੀ। ਮੇਰਾ ਦਿਮਾਗ ਤਾਂ ਇਸ ਗੱਲ 'ਚ ਉਲਝਿਆ ਹੋਇਆ ਸੀ ਕਿ ਇਹ ਕਿਵੇਂ ਹੋ ਸਕਦਾ ਹੈ। ਖੈਰ ਅਸੀਂ ਦੋਨੋਂ ਘਰ ਆ ਚੁੱਕੀਆਂ ਸੀ। ਸਾਰਾ ਰਸਤਾ ਮੈਂ ਚੁੱਪ ਰਹੀ। ਘਰ ਆ ਕੇ ਮੇਰੀ ਸੱਸ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਬੋਲੀ, ਬੇਟਾ, ਮੈਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਤੂੰ ਉਸ ਬੱਚੇ ਦੇ ਬਾਪ ਨੂੰ ਫੋਨ ਕਰਕੇ ਬੁਲਾ ਲੈ। ਮੈਂ ਤੁਹਾਡੇ ਦੋਹਾਂ ਦਾ ਵਿਆਹ ਕਰਵਾ ਦੇਵਾਂਗੀ। ਜੇ ਤੈਨੂੰ ਇਸ ਗੱਲ ਦਾ ਡਰ ਹੈ ਕਿ ਮੈਂ ਇਕੱਲੀ ਰਹਿ ਜਾਵਾਂਗੀ ਤਾਂ ਤੂੰ ਮੇਰੀ ਫਿਕਰ ਕਰਨਾ ਬੰਦ ਕਰ। ਮੇਰੇ ਕੋਲ ਉਹ ਪ੍ਰਮਾਤਮਾ ਹੈ। ਮੈਂ ਆਪਣੀ ਸੱਸ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਬੋਲੀ, ਮੰਮੀ ਜੀ, ਰਮਨ ਮੇਰੀ ਜ਼ਿੰਦਗੀ 'ਚ ਆਉਣ ਵਾਲਾ ਪਹਿਲਾ ਅਤੇ ਆਖਰੀ ਪੁਰਸ਼ ਹੈ। ਉਸ ਦੇ ਬਾਅਦ ਮੈਂ ਕਦੇ ਕਿਸੇ ਆਦਮੀ ਦੇ ਨਾਲ ਆਪਣੇ ਰਿਸ਼ਤੇ ਦੇ ਲਈ ਨਹੀਂ ਸੋਚਿਆ। ਸ਼ਾਇਦ ਡਾਕਟਰ ਝੂਠ ਬੋਲ ਰਹੀ ਹੋਵੇਗੀ। ਮੇਰੀ ਸੱਸ ਮੁਸਕਰਾਉਣ ਲੱਗੀ ਅਤੇ ਬੋਲੀ, ਬੇਟੀ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੂੰ ਹਾਲੇ ਜਵਾਨ ਹੈ। ਤੈਨੂੰ ਜ਼ਿੰਦਗੀ ਬਿਤਾਉਣ ਦੇ ਲਈ ਕੋਈ ਸਹਾਰੇ ਦੀ ਜ਼ਰੂਰਤ ਹੈ। ਚੰਗਾ ਹੋਇਆ ਤੂੰ ਖੁਦ ਹੀ ਲੱਭ ਲਿਆ। ਬੇਟੀ, ਮੈਂ ਤੈਨੂੰ ਗਲਤ ਤਾਂ ਨਹੀਂ ਕਹਿ ਰਹੀ। ਫਿਰ ਤੂੰ ਘਬਰਾ ਨਾ, ਕਿਉਂ ਰੋ ਰਹੀ ਹੋ? ਮੈਂ ਮੰਮੀ ਨੂੰ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਆ ਗਈ। ਮੈਂ ਰਾਮਾਇਣ ਦੇ ਉੱਪਰ ਹੱਥ ਰੱਖ ਕੇ ਕਿਹਾ ਕਿ ਮੰਮੀ ਜੀ, ਰਮਨ ਤੋਂ ਇਲਾਵਾ ਮੇਰੀ ਜ਼ਿੰਦਗੀ ਵਿੱਚ ਕੋਈ ਅਜਿਹਾ ਆਦਮੀ ਨਹੀਂ ਆਇਆ। ਹੁਣ ਮੇਰੀ ਸੱਸ ਵੀ ਪਰੇਸ਼ਾਨ ਹੋ ਚੁੱਕੀ ਸੀ। ਉਹ ਕਹਿਣ ਲੱਗੀ, ਇਹ ਤਾਂ ਬਹੁਤ ਫਿਕਰ ਦੀ ਗੱਲ ਹੈ। ਨਾ ਜਾਣੇ ਆਪਣੇ ਘਰ ਕੌਣ ਆਉਂਦਾ ਹੋਵੇਗਾ। ਹੁਣ ਮੈਂ ਅਤੇ ਮੇਰੀ ਸੱਸ ਦੋਨੋਂ ਬਹੁਤ ਪਰੇਸ਼ਾਨ ਹੋ ਚੁੱਕੀਆਂ ਸੀ। ਮੇਰੀ ਸੱਸ ਕਹਿਣ ਲੱਗੀ, ਹੁਣ ਰਾਤ ਨੂੰ ਨਾ ਤਾਂ ਤੂੰ ਸੌਣਾ ਅਤੇ ਨਾ ਮੈਂ। ਫਿਰ ਦੇਖਦੇ ਹਾਂ ਇਹ ਸਭ ਕੀ ਹੋ ਰਿਹਾ। ਖੈਰ ਰਾਤ ਹੋਈ ਤਾਂ ਮੈਂ ਆਪਣੇ ਪਤੀ ਦੇ ਕੱਪੜੇ ਲੈ ਕੇ ਸੀਨੇ ਨਾਲ ਲਾ ਕੇ ਸੌਣ ਲੱਗੀ। ਕਰੀਬ ਰਾਤ ਦੇ 12 ਵਜੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਕੋਈ ਆਦਮੀ ਮੇਰੇ ਕਮਰੇ ਵਿੱਚ ਆਇਆ ਹੈ। ਮੈਂ ਜਲਦੀ ਨਾਲ ਦੋਨੋਂ ਅੱਖਾਂ ਖੋਲ੍ਹੀਆਂ ਤੇ ਉੱਠ ਕੇ ਬੈਠ ਗਈ। ਮੇਰੇ ਉੱਪਰ ਰੁਮਾਲ ਡਿੱਗਿਆ ਹੋਇਆ ਸੀ। ਖਿੜਕੀ ਰਾਹੀਂ ਅੰਦਰ ਆਉਣ ਵਾਲਾ ਆਦਮੀ ਮੇਰੇ ਨੱਕ ਉੱਤੇ ਰੁਮਾਲ ਰੱਖ ਕੇ ਮੈਨੂੰ ਬੇਹੋਸ਼ ਕਰਨ ਵਾਲਾ ਸੀ, ਪਰ ਮੈਂ ਉੱਠ ਕੇ ਬੈਠ ਚੁੱਕੀ ਸੀ। ਸਾਹਮਣੇ ਨਜ਼ਰ ਪਈ ਤਾਂ ਮੈਂ ਬਿਲਕੁਲ ਦੰਗ ਰਹਿ ਗਈ। ਉਹ ਕੋਈ ਹੋਰ ਨਹੀਂ ਬਲਕਿ ਮੇਰਾ ਆਪਣਾ ਪਤੀ ਸੀ। ਮੇਰੇ ਸਾਹਮਣੇ ਰਮਨ ਖੜਾ ਸੀ। ਉਦੋਂ ਹੀ ਮੇਰੇ ਕਮਰੇ ਦਾ ਦਰਵਾਜ਼ਾ ਫਿਰ ਤੋਂ ਖੁੱਲ੍ਹਿਆ ਤੇ ਮੇਰੀ ਸੱਸ ਵੀ ਕਮਰੇ ਵਿੱਚ ਆ ਗਈ। ਉਹ ਵੀ ਆਪਣੇ ਬੇਟੇ ਨੂੰ ਦੇਖ ਕੇ ਦੰਗ ਰਹਿ ਗਈ ਸੀ। ਉਹ ਭੱਜ ਕੇ ਆਈ ਤੇ ਰਮਨ ਨੂੰ ਆਪਣੇ ਗਲ ਨਾਲ ਲਾ ਲਿਆ। ਕਹਿਣ ਲੱਗੀ, ਬੇਟਾ, ਤੂੰ ਕਿੱਥੇ ਚਲਿਆ ਗਿਆ ਸੀ? ਜਦ ਕਿ ਮੈਂ ਤਾਂ ਬੋਲ ਹੀ ਨਾ ਸਕੀ। ਫਿਰ ਰਮਨ ਕਹਿਣ ਲੱਗਿਆ ਕਿ ਮੰਮੀ, ਤੂੰ ਤਾਂ ਜਾਣਦੀ ਹਾਂ ਕਿ ਮੈਂ ਇੱਕ ਜਸੂਸ ਹਾਂ। ਮੈਂ ਦੇਸ਼ ਦੀ ਖਾਤਰ ਦੁਸ਼ਮਣਾਂ ਦੀ ਜਸੂਸੀ ਕਰਦਾ ਹਾਂ। ਜਦੋਂ ਉਹਨਾਂ ਦਿਨਾਂ ਵਿੱਚ ਮੇਰਾ ਵਿਆਹ ਹੋਇਆ ਤਾਂ ਮੇਰੇ ਵੱਡੇ ਹਾਕਮ ਨੂੰ ਪਤਾ ਲੱਗ ਗਿਆ ਕਿ ਆਪਣੇ ਦੇਸ਼ ਵਿੱਚ ਦੁਸ਼ਮਣ ਆ ਗਏ ਹਨ। ਉਹ ਆਪਣੇ ਰਾਜ ਨੂੰ ਹਾਸਲ ਕਰਨ ਲਈ ਕਿੰਨਾ ਫਸਾਦ ਫੈਲਾਉਣਾ ਚਾਹੁੰਦੇ ਹਨ। ਮੈਂ ਇੱਕ ਮਾਹਿਰ ਜਸੂਸ ਸੀ, ਇਸ ਲਈ ਮੈਨੂੰ ਵਾਪਸ ਡਿਊਟੀ 'ਤੇ ਬੁਲਾ ਲਿਆ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਪਰ ਫਿਰ ਤੁਸੀਂ ਫੈਸਲਾ ਕਰ ਲਿਆ ਕਿ ਅੰਜਲੀ ਨੂੰ ਮੇਰੇ ਕੋਲ ਭੇਜਣਾ ਹੈ। ਇਸ ਲਈ ਮੈਨੂੰ ਆਪਣੀ ਮੌਤ ਦਾ ਝੂਠਾ ਨਾਟਕ ਕਰਨਾ ਪਿਆ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਅੰਜਲੀ ਇੱਥੇ ਆ ਕੇ ਫਸ ਜਾਵੇ, ਕਿਉਂਕਿ ਉੱਥੇ ਬਹੁਤ ਖਤਰਾ ਸੀ। ਫਿਰ ਮੰਮੀ, ਮੇਰੇ ਨਾਲ ਜੋ ਲੜਕਾ ਮਿਸ਼ਨ ਵਿੱਚ ਸ਼ਾਮਲ ਸੀ ਉਹ ਸ਼ਹੀਦ ਹੋ ਗਿਆ ਸੀ। ਉਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ, ਉਸ ਦੇ ਨਾਲ ਹੀ ਮੈਂ ਸੀ। ਮੈਂ ਵੀ ਉਹ ਨੌਕਰੀ ਤੋਂ ਅੱਕ ਗਿਆ ਸੀ। ਮੈਂ ਉੱਥੋਂ ਭੱਜਣਾ ਚਾਹੁੰਦਾ ਸੀ ਤੇ ਉਹੀ ਹੋਇਆ। ਮੈਂ ਉੱਥੋਂ ਭੱਜ ਆਇਆ ਤੇ ਉਹਨਾਂ ਨੂੰ ਲੱਗਿਆ ਕਿ ਮੈਂ ਸ਼ਹੀਦ ਹੋ ਗਿਆ ਹਾਂ। ਮੈਂ ਆਪਣੇ ਘਰ ਵਾਪਸ ਆਉਣਾ ਚਾਹੁੰਦਾ ਸੀ, ਪਰ ਤੁਹਾਡੇ ਤੋਂ ਸ਼ਰਮਿੰਦਾ ਸੀ। ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਬਸ ਫਿਰ ਮੈਂ ਇਹ ਮਨ ਬਣਾ ਲਿਆ ਕਿ ਜਦੋਂ ਅੰਜਲੀ ਪ੍ਰੈਗਨੈਂਟ ਹੋ ਜਾਵੇਗੀ ਤਾਂ ਤੁਸੀਂ ਉਸ ਦੇ ਬਾਪ ਨੂੰ ਲੱਭਣ ਦੇ ਲਈ ਮੇਰੇ ਤੱਕ ਪਹੁੰਚ ਜਾਵੋਗੇ। ਮੰਮੀ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਤੁਸੀਂ ਦਾਦੀ ਬਣਨ ਵਾਲੇ ਹੋ। ਉਹ ਮਾਂ ਬੇਟਾ ਬਹੁਤ ਖੁਸ਼ ਸੀ, ਪਰ ਮੇਰੀ ਸੱਸ ਕਮਰੇ ਵਿੱਚੋਂ ਚਲੀ ਗਈ। ਰਮਨ ਮੇਰੇ ਕੋਲ ਆਇਆ ਤੇ ਮੁਸਕਰਾ ਕੇ ਕਿਹਾ, ਮੈਨੂੰ ਮਾਫ਼ ਨਹੀਂ ਕਰੇਂਗੀ?
ਮੈਂ ਚੀਖਣ ਲੱਗੀ ਤੇ ਕਿਹਾ, ਮੈਂ 10 ਸਾਲ ਤੱਕ ਵਿਧਵਾ ਬਣ ਕੇ ਲੰਘਾਏ ਹਨ ਤੇਰੇ ਬਿਨਾਂ ਸਹਾਰੇ ਦੇ। ਮੈਂ ਆਪਣੀ ਜ਼ਿੰਦਗੀ ਦੇ 10 ਖੂਬਸੂਰਤ ਸਾਲ ਗਮਾਂ ਦੇ ਹਵਾਲੇ ਕਰ ਦਿੱਤੇ ਤੇ ਤੈਨੂੰ ਸ਼ਰਮ ਨਹੀਂ ਆਈ ਸਾਡੇ ਨਾਲ ਇਹ ਸਭ ਕਰਨ ਦੀ। ਰਮਨ ਕਹਿਣ ਲੱਗੇ, ਤੂੰ ਬਿਲਕੁਲ ਸੱਚੀ ਹੋ, ਪਰ ਇੱਕ ਵਾਰ ਮੈਂ ਤੈਨੂੰ ਅਪਣਾਇਆ ਸੀ, ਉਦੋਂ ਤੂੰ ਉਸ ਜ਼ਿੰਦਗੀ ਤੋਂ ਹਾਰ ਬੈਠੀ ਸੀ ਤੇ ਬਹੁਤ ਘਬਰਾਈ ਹੋਈ ਸੀ। ਅੱਜ ਮੈਂ ਘਬਰਾਇਆ ਹੋਇਆ ਹਾਂ ਤੇ ਤੂੰ ਮੈਨੂੰ ਅਪਣਾ ਲੈ। ਰਮਨ ਦੀ ਇਹ ਗੱਲ ਤੋਂ ਬਾਅਦ ਮੈਂ ਕੁਝ ਕਹਿਣ ਦੇ ਕਾਬਲ ਨਹੀਂ ਰਹੀ। ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਅਤੇ ਅੱਜ ਮੈਂ ਇੱਕ ਬੇਟੀ ਦੀ ਮਾਂ ਬਣ ਚੁੱਕੀ ਹਾਂ। ਇਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਹੈ ਜੋ ਕਈ ਸਾਲਾਂ ਬਾਅਦ ਅਸੀਂ ਇਕੱਠਿਆਂ ਨੇ ਬਿਤਾਇਆ ਸੀ। ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰਾ ਪਤੀ ਮੈਨੂੰ ਵਾਪਸ ਦੇ ਦਿੱਤਾ। ਉਸ ਦੀ ਗੈਰ ਮੌਜੂਦਗੀ ਵਿੱਚ ਮੇਰੇ ਕਦਮਾਂ ਨੂੰ ਬਹਿਕਣ ਤੋਂ ਰੋਕ ਲਿਆ ਸੀ। ਜੇ ਮੈਂ ਹੀ ਵਿਆਹ ਕਰਨ ਵਾਲੇ ਪਾਸੇ ਹੋ ਜਾਂਦੀ ਤਾਂ ਸ਼ਾਇਦ ਅੱਜ ਮੇਰੀ ਕਿਸਮਤ ਵਿੱਚ ਇਹ ਖੁਸ਼ੀਆਂ ਨਾ ਹੁੰਦੀਆਂ। ਵੀਡੀਓ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।